बिस्मिल्लाहिर्रहमानिर्रहीम। मेरे तमाम सुनने वाले दोस्तों अजीज़ां नू सारिਆਂ ਨੂੰ अस्सलाम वालेकुम रहमतुल्लाहि व बरकातहू। ਅੱਜ ਤੋਂ ਕੋਈ 18-20 ਸਾਲ ਪਹਿਲੇ ਦੀ ਗੱਲ ਹੈ। ਮੇਰੇ ਇੱਕ ਮਕਾਨ ਦੇ ਵਿੱਚ ਕੁਝ ਕਿਰਾਏਦਾਰ ਸਨ ਜਿਹੜੇ ਪਾਕਿਸਤਾਨ ਤੋਂ ਤਾਲੀਮ ਹਾਸਲ ਕਰਨ ਵਾਸਤੇ ਆਏ ਦੇ ਸਨ। ਉਹਨਾਂ ਨੇ ਇੱਕ ਦਿਨ ਮੈਨੂੰ ਕਿਹਾ ਕਿ ਜਿਹੜੇ ਨਾ ਸਾਡੇ ਕੁਛ ਦੇ ਤਾਂ ਵੀਜ਼ੇ ਖ਼ਤਮ ਹੋ ਚੁੱਕੇ ਨੇ ਅਤੇ ਕੁਛ ਦੇ ਖ਼ਤਮ ਹੋਣ ਵਾਲੇ ਨੇ। ਅਸੀਂ ਦੁਆ ਕਰਾਉਣੀ ਹੈ ਔਰ ਕੁਰਾਨ ਸ਼ਰੀਫ ਖ਼ਤਮ ਕਰਨਾ ਹੈ ਅਤੇ ਤੁਸੀਂ ਵੀ ਉੱਥੇ ਆ ਜਾਣਾ। ਅਤੇ ਮੈਂ ਕਿਹਾ ਮੈਂ ਤਾਂ ਇਹੋ ਜਿਹੇ ਕੰਮਾਂ 'ਚ ਸ਼ਾਮਲ ਨਹੀਂ ਹੁੰਦਾ, ਕਿਉਂਕਿ ਜਿਹੜਾ ਮੇਰਾ ਤਾਲੁਕ ਹੈ ਜਮਾਤ ਅਹਿਮਦੀਆ ਨਾਲ, ਉਹ ਇਹੋ ਜਿਹੀਆਂ ਬਿਦਤਾਂ ਵਿੱਚ ਅਮਲ ਨਹੀਂ ਕਰਦੇ। ਅਤੇ ਉਹ ਕਹਿੰਦੇ ਚਲੋ ਖਾਣੇ 'ਤੇ ਹੀ ਆ ਜਾਣਾ। ਅਤੇ ਫਿਰ ਮੈਂ ਆਖਿਆ ਕਿ ਮੈਂ ਆ ਜਾਵਾਂਗਾ। ਔਰ ਮੈਂ ਜਿਸਲੇ ਪਹੁੰਚਿਆ ਉਹਨਾਂ ਦੇ ਕੋਲ ਤਾਂ ਉਸ ਵੇਲੇ ਤਕਰੀਬਨ ਉਹ ਖ਼ਤਮ ਹੀ ਹੋ ਚੁੱਕਾ ਸੀ। ਇੱਕ ਅੱਧ ਪੜ੍ਹ ਰਿਹਾ ਸੀ ਹਾਲੇ ਕੁਰਾਨ ਸ਼ਰੀਫ। ਅਤੇ ਉਹ ਜਿਸਲੇ ਖ਼ਤਮ ਕੀਤਾ ਤਾਂ ਇੱਕ ਮੌਲਵੀ ਸੀ ਜਿਹੜਾ ਤਾਲਿਬ ਇਲਮ, ਉਹ ਜਿਹੜਾ ਨਾ ਉਹਨੇ ਮੇਰੇ ਨਾਲ ਗੱਲ ਕੀਤੀ ਕਿ ਤੁਸੀਂ ਜਿਹੜਾ ਨਾ ਇਹ ਪੜ੍ਹਦੇ ਨਹੀਂ, ਤੁਸੀਂ ਖਰਾਬ ਕਰਦੇ ਹੋ। ਤੁਹਾਡਾ ਤਾਂ ਮਿਰਜ਼ੇ ਨੇ ਜਿਹੜਾ ਉਹ ਅੰਗਰੇਜ਼ਾਂ ਦੇ ਕਹਿਣ ਦੇ ਉੱਤੇ ਸਾਰਾ ਕੁਛ ਕੀਤਾ ਸੀ, ਅਤੇ ਅੰਗਰੇਜ਼ਾਂ ਦੇ ਵੀ ਕਹਿਣ ਦੇ ਉੱਤੇ ਉਹ ਮੁਸਲਮਾਨਾਂ 'ਚ ਫੁੱਟ ਪਵਾਤੀ ਦੀ। ਅਤੇ ਮੈਂ ਪਹਿਲੇ ਤਾਂ ਸੁਣਿਆ, ਫਿਰ ਕੁਛ ਮੈਂ ਜਿਹੜਾ ਨਾ ਬੋਲਿਆ ਕਿ ਤੁਸੀਂ ਇੱਥੇ ਕਿਉਂ ਇਕੱਠੇ ਹੋਏ ਦੇ ਹੋ, ਦੁਆ ਕਾਹਦੇ ਲਈ ਕਰ ਰਹੇ ਹੋ? ਕਿ ਇਹ ਅੱਲਾ ਉਹ ਉਸ ਮੁਲਕ ਦੇ ਵਿੱਚ ਜਿਸ ਮੁਲਕ ਦੇ ਲੋਕਾਂ ਨੇ ਸਾਡੇ ਮੁਲਕ ਦੇ ਵਿੱਚ ਆ ਕੇ ਅਤੇ ਇਸਲਾਮ ਤੋਂ ਜਿਹੜਾ ਤਬਾਹ ਕੀਤਾ, ਉਹਦੇ ਵਿੱਚ ਫੁੱਟ ਪਵਾਈ, ਔਰ ਤੁਸੀਂ ਉੱਥੇ ਹੀ ਆ ਕੇ ਅਤੇ ਹੁਣ ਉਹਨਾਂ ਕੋਲੋਂ ਹੀ ਆ ਕੇ ਅਤੇ ਪਨਾਹ ਮੰਗਦੇ ਪਏ ਹੋ। ਔਰ ਉਹਨਾਂ ਕੋਲੋਂ ਹੀ ਆ ਕੇ ਤੁਸੀਂ ਕੋਸ਼ਿਸ਼ ਕਰ ਰਹੇ ਹੋ ਕਿ ਉਹ ਜਿਹੜੇ ਜਿਨ੍ਹਾਂ ਨੇ ਤੁਹਾਡੇ ਇਸਲਾਮ ਦੇ ਵਿੱਚ ਇੰਨਾ ਵੱਡਾ ਵਿਗਾੜ ਪਾਇਆ, ਉਹਨਾਂ ਕੋਲ ਹੀ ਤੁਸੀਂ ਆ ਕੇ ਉਹਨਾਂ ਦੇ ਮੁਲਕ ਵਿੱਚ ਰਹਿਣਾ ਚਾਹੁੰਦੇ ਹੋ, ਉਹਨਾਂ ਦੀ ਗੁਲਾਮੀ ਕਰਨਾ ਚਾਹੁੰਦੇ ਹੋ, ਉਹਨਾਂ ਦੇ ਹੀ ਭਾਂਡੇ ਧੋਣਾ ਚਾਹੁੰਦੇ ਹੋ। ਔਰ ਫਿਰ ਕਹਿੰਦਾ ਜੀ ਕਿ ਫੁੱਟ ਬੜੀ ਪਈ ਸੀ। ਅਤੇ ਮੈਂ ਕਿਹਾ ਕਿ ਭਾਈ ਸਵਾਲ ਹੈ ਵੇ ਕਿ ਉਹਨਾਂ ਨੇ ਈਸਾਈਅਤ ਦੀ ਤਾਂ ਕਦੀ ਵੀ ਤਾਰੀਫ ਨਹੀਂ ਕੀਤੀ। ਉਹਨਾਂ ਨੇ ਤਾਂ ਸਿਰਫ ਉਹਨਾਂ ਦਾ ਜਿਹੜਾ ਉਹ ਇਨਸਾਫ ਪਸੰਦੀ ਦਾ ਜਿਹੜਾ ਨਾ, ਔਰ ਜਿਹੜਾ ਉਹਨਾਂ ਨੇ ਇਨਸਾਫ ਸਾਨੂੰ ਦਿੱਤਾ, ਸਾਰਿਆਂ ਨੂੰ ਆ ਕੇ ਇਕੁਅਲੀ ਸਾਨੂੰ ਬਰਾਬਰ ਦਾ ਜਿਹੜਾ ਨਾ ਸ਼ਹਿਰੀ ਅਸੀਂ ਜਿਹੜੇ ਨੇ ਹਕੂਕ ਉਹ ਦਿੱਤੇ, ਇਨਸਾਫ ਦਿੱਤਾ, ਉਸ ਦੀ ਤਾਰੀਫ ਕੀਤੀ ਹੈ ਰਸੂਲ ਮਸੀਹ ਮਊਦ ਅਲੈਹਿਸਸਲਾਤੁ ਵਸਸਲਾਮ ਨੇ। ਉਹਦੀ ਤਾਰੀਫ ਕਰਦੇ ਨੇ, ਕਿਉਂਕਿ ਇਸ ਤੋਂ ਪਹਿਲੇ ਅੰਗਰੇਜ਼ਾਂ ਨੇ ਜਿਸਲੇ ਟੇਕ ਓਵਰ ਕੀਤਾ, ਉਸ ਤੋਂ ਪਹਿਲੇ ਤਾਂ ਸਿੱਖਾਂ ਦੀ ਉੱਥੇ ਹਕੂਮਤ ਸੀ, ਅਤੇ ਉਹ ਤਾਂ ਸਾਨੂੰ ਉੱਥੇ ਨਮਾਜ਼ਾਂ ਪੜ੍ਹਨ ਤੱਬੇ ਦੀ ਇਜਾਜ਼ਤ ਦਿੰਦੇ ਨਹੀਂ ਸੀ। ਅਜ਼ਾਨ ਜਿਹੜਾ ਪੜ੍ਹਦਾ ਸੀ ਉਹਦੀ ਜ਼ਬਾਨ ਹੀ ਕੱਟ ਦਿੰਦੇ ਸਨ, ਅਤੇ ਸਾਡੀਆਂ ਮਸਜਿਦਾਂ 'ਚ ਖੋਤੇ ਕੋੜੇ ਲਿਆ ਕੇ ਬੰਨ੍ਹ ਦਿੰਦੇ ਸਨ। ਐਸੀਆਂ ਜਿਹੜੀਆਂ ਜ਼ੁਲਮ ਕੀਤਾ ਉਹਨਾਂ ਨੇ, ਅਤੇ ਅੰਗਰੇਜ਼ਾਂ ਨੇ ਆ ਕੇ ਖ਼ਤਮ ਕੀਤਾ। ਇਸ ਚੀਜ਼ ਦੀ ਤਾਰੀਫ ਕੀਤੀ ਸੀ, ਇਹ ਨਹੀਂ ਸੀ ਤਾਰੀਫ ਕੀਤੀ ਕਿ ਤੁਹਾਡਾ ਮਤਲਬ ਬਹੁਤ ਚੰਗਾ ਹੈ। ਅਤੇ ਗੱਲਾਂ ਕਰਕੇ ਜਿਸ ਵੇਲੇ ਉਹਨਾਂ ਕੋਲ ਕੋਈ ਉਹ ਜਵਾਬ ਤਾਂ ਕੋਈ ਨਹੀਂ ਰਿਹਾ, ਅਤੇ ਉਹਨਾਂ ਨੇ ਜਿਹੜਾ ਨਾ ਮੈਨੂੰ ਇੱਕਦਮ ਆਪਣਾ ਜਿਹੜਾ ਨਾ ਬਚਪਨ ਯਾਦ ਆ ਗਿਆ। ਅਤੇ ਜਨਾਬੇ ਵਾਲੀ ਮੇਰਾ ਜਿਸਲੇ ਪਾਕਿਸਤਾਨ ਬਣਿਆ, ਮੇਰੀ ਉਸਲੇ 4 ਸਾਲ ਉਮਰ ਸੀ, ਅਤੇ ਮੇਰੀ ਵਾਲਦਾ ਨੇ ਜਿਹੜਾ ਨਾ ਪਾਕਿਸਤਾਨ ਬਣਨ ਤੋਂ 3 ਸਾਲ ਬਾਅਦ ਤੱਕ ਮੈਨੂੰ ਸਕੂਲ ਨਹੀਂ ਭੇਜਿਆ, ਕਿਉਂਕਿ ਹਾਲਾਤ ਠੀਕ ਨਹੀਂ ਸਨ ਔਰ ਸਕੂਲ ਵੀ ਬਹੁਤ ਦੂਰ ਸੀ, ਔਰ 4 ਸਾਲ ਦਾ ਬੱਚਾ ਜਿਹੜਾ ਹੈ ਉਹ 2 ਮੀਲ ਚੱਲ ਕੇ ਨਹੀਂ ਸੀ ਜਾ ਸਕਦਾ। ਅਤੇ ਇਸ ਵਾਸਤੇ ਮੇਰੀ ਮਾਂ ਨੇ ਮੈਨੂੰ ਘਰ ਹੀ ਪੜ੍ਹਾਇਆ, ਔਰ ਸਭ ਤੋਂ ਪਹਿਲੇ ਕੁਰਾਨ ਸ਼ਰੀਫ ਜਿਹੜਾ ਨਾ ਉਹ ਨਾਜ਼ਰਾ ਪੜ੍ਹਾਇਆ। ਔਰ ਮੈਂ 6 ਸਾਲ ਦਾ ਸਾਂ ਅਤੇ ਮੈਂ ਕੁਰਾਨ ਸ਼ਰੀਫ ਖ਼ਤਮ ਕਰ ਲਿਆ। ਅਤੇ ਜਿਸ ਵੇਲੇ ਸਾਡੇ ਮੁਹੱਲੇ ਵਿੱਚ ਜਿਸ ਵੇਲੇ ਰਾਵਲਪਿੰਡੀ 'ਚ
ਜਿਸ ਵੇਲੇ ਵੀ ਕੋਈ ਮਹੱਲੇਦਾਰ ਜਿਹੜਾ ਨਾ ਖ਼ਤਮ ਕਰਾਉਣਾ ਚਾਹੁੰਦਾ ਸੀ ਤੇ ਉਹਨਾਂ ਨੂੰ ਪਤਾ ਸੀ ਕਿ ਇਹ ਮੁੰਡਾ ਜਿਹੜਾ ਹੈ ਇਹ 6 ਸਾਲ ਦਾ ਮੁੰਡਾ ਹੈ ਤੇ ਕੁਰਾਨ ਜਿਹੜਾ ਹੈ ਇਹਨੂੰ ਪੜ੍ਹਨਾ ਆਉਂਦਾ ਹੈ, ਤੇ ਉਹ ਮੈਨੂੰ ਵੀ ਬੁਲਾ ਲੈਂਦੇ ਸਨ। ਤੇ ਮੈਂ ਵੀ ਉੱਥੇ ਜਾ ਕੇ ਤੇ ਔਰਤਾਂ 'ਚ ਬਹਿ ਜਾਣਾ, ਕਿਉਂਕਿ ਉੱਥੇ ਇੱਕੋ ਹੀ ਮੁੰਡਾ ਹੁੰਦਾ ਸੀ ਮੈਂ। ਤੇ ਉਹ ਉਹਨਾਂ ਨੇ ਜਿਹੜਾ ਨਾ ਮੌਲਵੀ ਕੋਲੋਂ ਜਾ ਕੇ ਮਸਜਿਦ ਵਿੱਚੋਂ 30 ਪਾਰੇ ਲਿਆਉਂਦੇ ਸਨ, ਔਰ ਆਉਂਦਿਆਂ ਸਾਰਿਆਂ ਨੂੰ ਇੱਕ ਇੱਕ ਪਾਰਾ ਦੇ ਦਿੰਦੇ ਸਨ ਕਿ ਆ ਪੜ੍ਹੋ। ਤੇ ਇੱਕ ਦਿਨ ਸਾਨੂੰ ਇਸੇ ਤਰ੍ਹਾਂ ਹੀ 10-12 ਔਰਤਾਂ ਨੂੰ ਜਿਹੜਾ ਨਹੀਂ ਕਿ ਕਿਸ ਪਾਰਾ ਫੜਾਤਾ ਦਾ ਕਿ ਪੜ੍ਹੋ। ਤੇ ਮੈਂ ਜਿਹੜਾ ਨਾ ਹਲੇ ਥੋੜ੍ਹੀ ਜਿਹੀ ਪੜ੍ਹਿਆ ਹੀ ਹੈ, ਤੇ ਕੁਰਾਨ ਸ਼ਰੀਫ ਥੋੜ੍ਹਾ ਜਿਹਾ ਹੀ ਪੜ੍ਹਿਆ ਲੋਕਾਂ ਨੇ। ਤੇ ਇੱਕ ਜਨਾਨੀ ਆ ਗਈ, ਕਹਿੰਦੀ ਹੈ ਕਿ ਮੈਂ 8 ਸਿਪਾਰੇ ਪੜ੍ਹੇ ਦੇ ਨੇ ਤੇ ਤੁਸੀਂ ਇਹ ਲੈਣੇ ਨੇ। ਤੇ ਜਿਹੜੀ ਉਹ ਜਿਨ੍ਹਾਂ ਦੇ ਘਰ ਹੋ ਰਿਹਾ ਸੀ ਇਹ ਖ਼ਤਮ, ਉਹ ਜਨਾਨੀ ਨੇ ਕਿਹਾ ਹਾਂ ਅਸੀਂ ਲੈਣੇ ਨੇ ਫਟਾਫਟ ਦੇ। ਤੇ ਉਹਨੇ ਆਉਂ ਕਰਕੇ ਦੇ ਦਿੱਤੇ ਕਿ ਇਹ ਲਓ। ਉਹਨੇ ਅੱਗੂ ਫਾੜ ਕੇ ਕਿਹਾ ਕਿ ਸ਼ੁਕਰੀਆ ਤੇਰਾ। ਤੇ ਉਹ ਬਾਕੀਆਂ ਸਾਰਿਆਂ ਕੋਲੋਂ ਜਿਹੜੇ ਨੇ ਪਹਿਲੇ 8 ਸਿਪਾਰੇ ਲੈ ਲਏ, ਔਰ ਫਿਰ 11, 12, 13 ਤੋਂ ਅੱਗੇ ਸ਼ੁਰੂ ਕਰਤਾ। ਇਸ ਤਰ੍ਹਾਂ ਉਹ ਜਿਹੜਾ ਨਾ ਕੁਰਾਨ ਸ਼ਰੀਫ ਦੇ ਇਸ ਤਰ੍ਹਾਂ ਖ਼ਤਮ ਕਰੀ ਹੋਇਆ। ਤੇ ਦੂਸਰਾ ਹੀ ਜਿਸਲੇ ਅਸੀਂ ਫਿਰ 11ਵਾਂ 12ਵਾਂ ਪੜ੍ਹਨਾ ਸ਼ੁਰੂ ਕੀਤਾ, ਤੇ ਹਾਲੇ ਮੈਂ ਮੁੰਨਾ ਹੀ ਪੜ੍ਹਿਆ ਸੀ, ਤੇ ਬਾਕੀ ਸਾਰਿਆਂ ਨੇ ਜਿਹੜਾ ਨਾ ਉਹ ਖ਼ਤਮ ਵੀ ਕਰ ਛੱਡਿਆ। ਹਾਲਾਂਕਿ ਮੇਰੀ ਪੜ੍ਹਨ ਦੀ ਸਪੀਡ ਜ਼ਿਆਦਾ ਸੀ। ਮੈਂ ਤੇ ਜਿਸ ਤਰ੍ਹਾਂ ਇਸ ਤਰ੍ਹਾਂ ਪੜ੍ਹੀ ਦਾ ਨਾ ਅਲਫ ਲਾਮ ਮੀਮ ਜ਼ਾਲਿਕਲ ਕਿਤਾਬ ਲਾ ਰੈਬ ਫੀ ਪੜ੍ਹੀ ਦਾ। ਤੇ ਜਿਹੜੀਆਂ ਦੁਨੀਆਂ ਦੇ ਨਾਨੀਆਂ ਸਨ ਉੱਥੇ ਉਹ ਜ਼ਾਲਿਕਲ ਕਿਤਾਬ ਲਾ ਰੈਬ ਫੀ ਇਸ ਤਰ੍ਹਾਂ ਕਰਕੇ ਪੜ੍ਹ ਰਹੀਆਂ ਸਨ, ਲੇਕਿਨ ਮੇਰੇ ਤੋਂ ਪਹਿਲੇ ਖ਼ਤਮ ਕਰ ਦਿੰਦੀਆਂ ਸਨ। ਤੇ ਮੈਂ ਬੜਾ ਪਰੇਸ਼ਾਨ ਹੋਇਆ ਕਿ ਇਹ ਕੀ ਹੋ ਗਿਆ। ਤੇ ਮੈਂ ਇੱਕ ਨੂੰ ਪੁੱਛਿਆ ਕਿ ਬਈ ਇਹ ਤੁਸੀਂ ਕਿਸ ਤਰ੍ਹਾਂ ਐਡੀ ਜਲਦੀ ਪੜ੍ਹ ਲੈਂਦੀਆਂ। ਤੇ ਉਹ ਕਹਿੰਦੀ ਹੈ ਕਿ ਪਾਗਲਾ ਤੈਨੂੰ ਪਤਾ ਨਹੀਂ ਕਿ ਅਸੀਂ ਇਸ ਤਰ੍ਹਾਂ ਦੇਖਦੇ ਹਾਂ, ਇੱਕ ਸਫ਼ਾ ਪੜ੍ਹੀ ਦਾ ਤੇ ਪਰਤ ਕਹਿੰਦਾ ਇਹ ਪਾਸਾ ਨਹੀਂ ਪੜ੍ਹੀਦਾ, ਅਗਲੇ ਪਾਸੇ ਪੜ੍ਹੀਦਾ। ਫਿਰ ਤੇ ਅਸੀਂ ਤੇ ਇਸ ਤਰ੍ਹਾਂ ਕਰਨੇ ਆ, ਜਿਹੜਾ ਕੁਰਾਨ ਸ਼ਰੀਫ ਦਾ ਇੱਕੋ ਸਫ਼ਾ ਪੜ੍ਹੀਦਾ, ਜਿਹੜਾ ਦੂਸਰਾ ਸਫ਼ਾ ਆਉਂ ਕਰਕੇ ਉਹਨੂੰ ਨਹੀਂ ਪੜ੍ਹੀਦਾ, ਅੱਗੇ ਚਲੀ ਜਾਈਦਾ। ਮੈਂ ਕਿਹਾ ਵਾਹ ਬਈ ਵਾਹ, ਇਹ ਤਾਂ ਬੜੀ ਮਜ਼ੇ ਦੀ ਗੱਲ ਹੈ। ਤੇ ਮੈਂ ਜਿਹੜਾ ਨਾ ਉਹ ਇਹ ਗੱਲ ਨਹੀਂ ਉਹਨਾਂ ਦੀ ਮੰਨੀ। ਮੈਂ ਫਿਰ ਵੀ ਉਹ ਹੀ ਆਪਣੀ ਜਿਸ ਤਰ੍ਹਾਂ ਮੈਨੂੰ ਪੜ੍ਹਾਇਆ ਸੀ ਮਾਂ ਨੇ, ਮੈਂ ਉਸ ਤਰ੍ਹਾਂ ਹੀ ਸ਼ੁਰੂ ਰੱਖਿਆ। ਫਿਰ ਜਿਹੜਾ ਨਾ ਦੇਖਾਂ ਕਿ ਮੈਂ ਆਸਤਾ ਵੀ ਪੜ੍ਹਿਆ, ਪਰ ਕੋਈ ਫਰਕ ਨਹੀਂ ਪਿਆ। ਉਹ ਫਿਰ ਵੀ ਮੇਰੇ ਕੋਲੋਂ ਜਿਹੜਾ ਨਾ ਸਭ ਤੋਂ ਪਹਿਲੇ ਜਿਹੜਾ ਨਾ ਜ਼ਨਾਨੀਆਂ ਖ਼ਤਮ ਕਰ ਜਾਂਦੀਆਂ ਸਨ। ਭਾਵੇਂ ਮੈਂ ਤੇਜ਼ ਪੜ੍ਹਾਂ ਭਾਵੇਂ ਆਸਤਾ ਪੜ੍ਹਾਂ, ਸਾਰੇ ਮੇਰੇ ਤੋਂ ਪਹਿਲੇ ਪੜ੍ਹ ਜਾਂਦੀਆਂ ਸਨ। ਫਿਰ ਮੈਂ ਇੱਕ ਨੂੰ ਪੁੱਛਿਆ ਕਿ ਬਈ ਤੁਹਾਡੇ ਕੋਲ ਕੀ ਟਰਿਕ ਹੈ ਜਿਹਦੇ ਨਾਲ ਤੁਸੀਂ ਮੇਰੇ ਤੋਂ ਵੀ ਪਹਿਲੇ ਪੜ੍ਹ ਲੈਂਦੀਆਂ। ਤੇ ਉਹ ਕਹਿਣ ਲੱਗੀ ਕਿ ਇੱਕ ਜਨਾਨੀ ਨੇ ਮੈਨੂੰ ਦੱਸਿਆ ਕਿ ਦੇਖ ਅਸੀਂ ਅੱਜ ਪੜ੍ਹਨੇ ਆ ਨਾ, ਤੇ ਸਿਰਫ ਜਿਹੜਾ ਨਾ ਇੱਕ ਲਾਈਨ ਪੜ੍ਹੀ ਦੀ ਹੈ, ਦੂਸਰੀ ਲਾਈਨ ਛੱਡ ਦੇਈਦੀ ਹੈ, ਤੀਸਰੀ ਲਾਈਨ ਪੜ੍ਹੀ ਦੀ ਹੈ, ਚੌਥੀ ਛੱਡ ਦੇਈਦੀ ਹੈ, ਤੇ ਇਹ ਪਾਸਾ ਅਸੀਂ ਪੜ੍ਹਦੇ ਹੀ ਨਹੀਂ। ਮੈਂ ਕਿਹਾ ਸ਼ਾਬਾਸ਼, ਵਧੀਆ ਗੱਲ ਹੈ। ਮੈਂ ਕਿਹਾ ਕਿ ਜਿਹੜਾ ਨਾ ਹੈ ਤੇ ਫਿਰ ਖੁਦਾ ਨੂੰ ਚੀਟਿੰਗ ਕਰਨ ਵਾਲੀ ਗੱਲ ਹੈ। ਲੇਕਿਨ ਉਹ ਕਰਦੇ ਇਸ ਤਰ੍ਹਾਂ ਹੀ ਕਰਦੀ ਰਹੀਆਂ। ਤੇ ਫਿਰ ਜਿਹੜਾ ਨਾ ਉਹ ਜਿਹੜੇ ਸਿਪਾਰੇ ਮਿਲਦੇ ਸਨ ਉਹ 28 ਪੜ੍ਹਦੇ ਸਨ, 29ਵਾਂ ਤੇ 30ਵਾਂ ਛੱਡ ਦਿੰਦੇ ਸਨ। ਔਰ 30ਵਾਂ ਸਿਪਾਰਾ ਜਿਹੜਾ ਹੈ ਉਹ ਕਹਿੰਦੇ ਨੇ ਜੀ ਕਿ ਮੌਲਵੀ ਆ ਕੇ ਪੜ੍ਹੇਗਾ, ਕਿਉਂਕਿ ਮੌਲਵੀ ਨੇ ਆਉਣਾ ਹੁੰਦਾ। ਤੇ ਮੌਲਵੀ ਸਾਹਿਬ ਜਿਸਲੇ ਆਏ ਤੇ ਮੇਰਾ ਚੁੱਕ ਐਵੇਂ ਗੱਲਾਂ ਪੁੱਛਣ ਦੀ ਤੇ ਆਦਤ ਹੈ ਸੀ ਸ਼ੁਰੂ ਤੋਂ ਹੀ। ਤੇ ਉਹਨੂੰ ਮੈਂ ਪੁੱਛਿਆ ਕਿ ਮੌਲਵੀ ਸਾਹਿਬ ਤੁਸੀਂ 30ਵਾਂ ਸਿਪਾਰਾ ਜਿਹੜਾ ਹੈ ਪੜ੍ਹਦੇ ਤਾਂ ਕੋਈ ਨਹੀਂ। ਤੇ ਕਹਿੰਦੇ ਜੀ ਕਿ 30ਵਾਂ ਸਿਪਾਰਾ ਹੋ ਗਿਆ।
ਤੇ ਮੌਲਵੀ ਕਹਿਣ ਲੱਗਾ ਕਿ ਮੈਂ ਸਵੇਰੇ ਉੱਠ ਕੇ ਹੀ ਨਾ ਨਮਾਜ਼ ਫਜਰ ਦੀ ਨਮਾਜ਼ ਤੋਂ ਬਾਅਦ 30ਵਾਂ ਸਪਾਰਾ ਪੜ੍ਹ ਲੈਣਾ, ਔਰ ਜਿੱਥੇ ਵੀ ਕੋਈ ਜ਼ਰੂਰਤ ਹੁੰਦੀ ਹੈ ਮੈਂ ਉਹਨਾਂ ਨੂੰ ਜਾ ਕੇ ਦੇ ਦਿੰਦਾ। ਮੈਂ ਕਿਹਾ ਸ਼ਾਬਾਸ਼, ਇਹ ਤਾਂ ਵਧੀਆ ਕੰਮ ਹੈ। ਤੇ ਜਾ ਕੇ ਉੱਥੇ 30ਵਾਂ ਸਪਾਰਾ ਉਹਨਾਂ ਨੂੰ ਵੀ ਦਿੱਤਾ ਤੇ ਰੋਟੀ ਦਵਾ ਖਾਧੀ ਤੇ ਕੁਛ ਲੈ ਕੇ ਘਰ ਚਲੇ ਗਏ। ਤੇ ਮੈਂ ਦੇਖਿਆ ਕਿ 28ਵਾਂ ਸਪਾਰਾ ਕੌਣ ਪੜ੍ਹਦਾ ਹੈ, 29ਵਾਂ ਸਪਾਰਾ, ਸੌਰੀ 29 30ਵਾਂ ਛੱਡਦੇ ਸਨ। ਤੇ 29ਵਾਂ ਸਪਾਰਾ ਜਿਹੜਾ ਹੈ ਉਹ ਇੱਕ ਕਹਿੰਦੀ ਆਉਂਦੀ ਸੀ ਇੱਕ ਬੁੱਢੀ ਜੀ ਔਰਤ, ਉਹ ਆ ਕੇ ਪੜ੍ਹਦੀ ਸੀ। ਤੇ ਮੈਂ ਬੜਾ ਇੰਪਰੈਸ ਹਾਂ ਕਿ ਬੜੀ ਸ਼ਰੀਫ ਤੇ ਨੇਕ ਔਰਤ ਹੈ, ਬੜਾ ਤਜਰਬਾ ਹੋਣਾ, ਜਿਹੜਾ ਪੜ੍ਹਾਈ ਦਾ ਬੜਾ ਅੱਛਾ ਇਹਨੂੰ ਆਉਂਦਾ ਹੋਣਾ, ਕਿਉਂਕਿ ਲੋਕ ਸਮਝਦੀਆਂ ਸਨ ਔਰਤਾਂ ਕਿ 29ਵਾਂ ਸਪਾਰਾ ਬੜਾ ਹੀ ਮੁਸ਼ਕਲ ਹੈ। ਤੇ ਮੈਂ ਕਿਹਾ ਇਹਨੂੰ ਮੁਸ਼ਕਲ ਸਪਾਰਾ ਦਿੰਦੇ ਨੇ। ਤੇ ਮੈਂ ਇੱਕ ਦਿਨ ਪਤਾ ਨਹੀਂ ਕਿਹੜਾ ਸਪਾਰਾ ਸੀ ਕਿ ਮੈਨੂੰ ਥੋੜ੍ਹੇ ਜਿਹਾ ਉਹਦੇ 'ਚ ਜਿਹੜਾ ਨਾ ਸਮਝ ਨਾ ਆਏ ਕਿ ਇੱਥੇ ਕੀ ਲਿਖਿਆ ਦਾ। ਤੇ ਮੈਂ ਨਾਲ ਦੀ ਨੂੰ ਪੁੱਛਿਆ ਜਿਹੜਾ 29ਵਾਂ ਸਪਾਰਾ ਪੜ੍ਹਦੀ ਸੀ ਕਿ ਇਹ ਕੀ ਹੈ। ਉਹਨੇ ਕੋਈ ਜਵਾਬ ਨਹੀਂ ਦਿੱਤਾ। ਮੈਂ ਦੂਜੀ ਵਾਰੀ ਪੁੱਛਿਆ ਤੇ ਉਸ ਜਨਾਨੀ ਨੇ ਮੈਨੂੰ ਕੱਸ ਕੇ ਕੌਣੀ ਮਾਰੀ ਮੇਰੀ ਢਿੱਡ ਵਿੱਚ, ਇੰਨੀ ਜ਼ੋਰ ਦੀ ਮੈਨੂੰ ਮਾਰੀ ਕੌਣੀ ਕਿ ਮੇਰੇ ਅੱਖਾਂ 'ਚੋਂ ਅੱਥਰੂ ਨਿਕਲ ਆਏ। ਤੇ ਮੈਂ ਜਿਹੜਾ ਨਾ ਬੜਾ ਸਖਤ ਮੈਨੂੰ ਤਕਲੀਫ ਹੋਈ। ਤੇ ਦੂਸਰੀ ਜਿਹੜੀ ਇਸ ਪਾਸੇ ਨਾਲ ਬੈਠੀ ਸੀ ਜਨਾਨੀ, ਉਹਨੇ ਕਿਹਾ ਕਿ ਇਸ ਨੂੰ ਤਾਂ ਕੁਰਾਨ ਪੜ੍ਹਨਾ ਨਹੀਂ ਆਉਂਦਾ, ਤੂੰ ਇਹਦੇ ਕੋਲ ਐਵੇਂ ਹਾਂ ਪੁੱਛਿਆ। ਤੇ ਮੈਂ ਕਿਹਾ ਤੇ ਫਿਰ ਇਹ ਕੀ ਕਰਦੀ ਪਈ ਹੈ ਇੱਥੇ, ਤੇ ਪੜ੍ਹਦੀ ਪਈ ਹੈ? ਉਹ ਕਹਿੰਦੀ ਹੈ ਨਹੀਂ, ਇਹ ਸਿਰਫ ਲਾਈਨਾਂ ਦੇ ਉੱਤੇ ਉਂਗਲੀ ਫੇਰਦੀ ਪਈ ਹੈ ਤੇ ਬਿਸਮਿਲ੍ਲਾ 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 ਪੜ੍ਹਦੀ ਜਾਂਦੀ ਪਈ ਹੈ। ਮੈਂ ਕਿਹਾ ਸ਼ਾਬਾਸ਼। ਮੈਂ ਹੱਸ ਕੇ ਦੋਹਰਾ ਹੋ ਗਿਆ। ਤੇ ਮੈਂ ਆ ਕੇ ਗੱਲਾਂ ਜਿਹੜੀਆਂ ਨੇ ਅੱਬਾ ਜੀ ਨੂੰ ਸੁਣਾਈਆਂ। ਤੇ ਅੱਬਾ ਜੀ ਕਹਿੰਦੇ ਨੇ ਕਿ ਆਇੰਦਾ ਨਾ ਜਾਈ ਕਿਸੇ ਵੇਲੇ ਇਹੋ ਜਿਹੇ ਕੰਮਾਂ 'ਚ ਨਹੀਂ ਲੈਣਾ। ਇਹ ਜਿਹੜਾ ਨਾ ਕੁਰਾਨ ਦੀ ਜਿਹੜਾ ਨਾ ਇਸ ਤਰ੍ਹਾਂ ਜਿਹੜਾ ਅੱਜ ਕੱਲ੍ਹ ਖਤਮੇ ਕੁਰਾਨ ਇਸ ਤਰ੍ਹਾਂ ਦਾ ਹੁੰਦਾ ਹੈ। ਮੈਂ ਇੱਥੇ ਆਇਆ ਤੇ ਇੱਕ ਜਿਹੜਾ ਨਾ ਮੇਰੀ ਦੁਕਾਨ ਸੀ ਬੇਕਰੀ ਦੀ, ਤੇ ਬੇਕਰੀ ਦੇ ਨਾਲ ਇੱਕ ਆਫਲਸਨ ਸੀ, ਉਹ ਟਰਕਿਸ਼ ਲੱਗਦਾ ਦਾ ਸੀ। ਉਹ ਜਿਹੜਾ ਟਰਕਿਸ਼ ਆਦਮੀ ਹੈ ਉਹ ਹਰ ਵੇਲੇ ਜਿਹੜਾ ਡਰੰਕ ਹੀ ਰਹਿੰਦਾ ਸੀ। ਤੇ ਮੇਰੇ ਕੋਲ ਜਿਹੜਾ ਨਾ ਉਹ ਸੌਦਾ ਨਹੀਂ ਸੀ ਖਰੀਦਦਾ, ਕਿ ਕਹਿੰਦਾ ਕਿ ਇਹ ਜਿਹੜਾ ਇਹ ਹਰਾਮ ਦੀ ਇੱਥੇ ਪਕਦਾ ਹੈ। ਕਿਉਂਕਿ ਉਹ ਪੁੱਛਦੇ ਕਿ ਰੋਟੀ ਦੇ ਵਿੱਚ ਜਿਹੜਾ ਤੁਸੀਂ ਤੇਲ ਲਾਉਂਦੇ ਹੋ ਨਾ, ਇਹ ਹਰਾਮ ਹੈ, ਇਹ ਸਾਡਾ ਹਲਾਲ ਨਹੀਂ। ਵਾਹ ਬਾਈ ਵਾਹ, ਇਹੋ ਜਿਹੀ ਤਾਂ ਗੱਲਾਂ ਨੇ। ਇਹ ਜੇ ਮੁਸਲਮਾਨਾਂ ਦਾ ਹਾਲ। ਤੇ ਜਿਹੜਾ ਨਾ ਖਤਮੇ ਕੁਰਾਨ ਇਸ ਤਰ੍ਹਾਂ ਕਰਦੇ ਨੇ। ਤੇ ਮੈਨੂੰ ਹੁਣ ਉਸ ਗੱਲ ਤੋਂ ਯਾਦ ਆਉਂਦੀ ਹੈ ਕਿ ਅਲਾਮਾ ਇਕਬਾਲ ਨੇ ਇੱਕ ਲਿਖੀ ਸੀ ਆਪਣੀ ਨਜ਼ਮ, ਉਹਦੇ ਵਿੱਚ ਉਹਦਾ ਨੁਆਨ ਸੀ ਕੁਰਾਨ ਕੀ ਫਰਿਆਦ। ਤੇ ਮੈਂ ਉਹ ਮੈਨੂੰ ਅੱਜ ਯਾਦ ਆਇਆ ਤੇ ਮੈਂ ਕਿਹਾ ਚੱਲ ਇਹਦੇ ਬਾਰੇ 'ਚ ਫਿਲਮ ਹੀ ਇੱਕ ਵੀਡੀਓ ਹੀ ਬਣਾ ਦਿਆਂ ਕਿ ਉਹ ਕੁਰਾਨ ਦੀ ਬੜੀ ਫਰਿਆਦ ਹੁੰਦੀ ਹੈ ਕਿ ਮੈਨੂੰ ਲੋਕ ਚੁੱਕਦੇ ਨੇ ਤੇ ਇਸ ਤਰ੍ਹਾਂ ਕਰਦੇ ਨੇ, ਔਰ ਮੇਰਾ ਜਿਹੜਾ ਨਾ ਮੈਨੂੰ ਫੁੱਦੂ ਬਣਾਉਂਦੇ ਨੇ। ਮੈਨੂੰ ਹੱਥਾਂ 'ਤੇ ਚੁੱਕ ਕੇ ਵੀ ਜਿਹੜਾ ਉਸ ਤੋਂ ਬਾਅਦ ਸਭ ਕੁਝ ਮੁੱਕਰ ਜਾਂਦੇ ਨੇ। ਤੇ ਉਸ ਉਹਦੇ ਵਿੱਚ ਆਖਿਰ ਦੇ ਵਿੱਚ ਉਹ ਕਹਿੰਦੇ ਨੇ यूं भी मुझे रसुआ करते हैं ऐसे भी सताया जाता हूँ। ਤੇ ਜਿਹੜਾ ਖਤਮੇ ਕੁਰਾਨ ਕਰਦੇ ਨੇ ਉਹ ਇਹੀ ਚੀਜ਼ ਹੈ। ਇਸ ਤਰ੍ਹਾਂ ਵੀ ਕੁਰਾਨ ਦੀ ਬੇਇੱਜ਼ਤੀ ਕਰਦੇ ਨੇ ਔਰ ਇਸ ਤਰ੍ਹਾਂ ਹੀ ਕੁਰਾਨ ਕਰੀਮ ਦਾ ਜਿਹੜਾ ਨਾ ਉਹ ਮਜ਼ਾਕ ਉਡਾਉਂਦੇ ਨੇ। ਮੈਂ ਇੱਥੇ ਹੀ ਗੱਲ ਖ਼ਤਮ ਕਰ ਦਿੰਦਾ, ਇੰਨੀ ਗੱਲ ਹੀ ਕਹਿਣੀ ਸੀ। ਅਸਲਾਮ ਵਾਲੇਕੁਮ ਵਰਹਿਮਤੁਲਾਹਿ ਵਬਰਕਾਤੁਹੂ।